ਸਾਡੀ ਧੀ ਸੀ, ਸਾਡਾ ਲੱਕ ਟੁੱਟ ਗਿਆ, ਸਾਡੇ ਅਜੇ ਤੱਕ ਨਹੀਂ ਸਾਡੇ ਕੋਲ ਕੋਈ ਕਾਰੋਬਾਰ ਜਾਂ ਰੋਟੀ ਪਾਣੀ ਐਵੇਂ ਚੰਗਾ ਬੰਦਾ ਖਾ ਲਿਆ। ਉਹਨਾਂ ਦਾ ਪੁੱਤਰ ਸੀ, ਉਹਨਾਂ ਨੂੰ ਕੋਈ ਟੈਨਸ਼ਨ ਨਹੀਂ। ਜਿਨ੍ਹਾਂ ਨੇ ਕਿਹਾ ਸੀ ਕਿ ਕਬਰਕੁਸ਼ਾਈ ਨਾ ਕਰਵਾਓ, ਉਹਨਾਂ ਦੀ ਮੌਤ ਦਾ ਹਕੀਕਤ ਦਾ ਨਾ ਪਤਾ ਚੱਲੇ। ਉਹ ਰਿਸ਼ਤੇਦਾਰ ਨਹੀਂ, ਉਹ ਆਪ ਘਰ ਵਾਲੇ ਜਾਣੇ ਸੀ। ਤੁਹਾਨੂੰ ਉਹਨਾਂ ਨੇ ਕੀ ਕਿਹਾ ਸੀ? ਸਾਨੂੰ ਉਹਨਾਂ ਕਿਹਾ ਵੀ ਯਾਰ ਇਹਦੇ ਵਿੱਚ ਕੁਝ ਕਮਰੇ ਦੇ ਵਿੱਚ ਜਨਰੇਟਰ ਪਿਆ ਸੀ। ਹਾਂਜੀ, ਔਰ ਜਨਰੇਟਰ ਕੋਈ ਨਹੀਂ ਦਾ, ਜਨਰੇਟਰ ਨਹੀਂ ਸੀਗਾ, ਨਹੀਂ ਹੈਗਾ। ਅਸੀਂ ਜਦੋਂ ਗਏ ਬਾਹਰ ਜਨਰੇਟਰ, ਠੀਕ ਹੈ, ਤੇ ਜਿਹੜੇ ਲਾ ਉਹ ਬਾਅਦ ਤੇ ਉਹਨਾਂ ਨੇ ਉੱਥੋਂ ਪੁਲਿਸ मंगाई। आप ही 42 एचडी टीवी के साथ मैं हूँ, आपके मेज़बान हूँ मेरे लिए। नादरीन, इस वक्त मैं खरेपड़ गांव के अंदर मौजूद हूँ। चंद रोज़ कबल एक इंसिडेंट होता है जिसमें शहजादी और शराफत दोनों की मौत वाक़या हो जाती है। इसके ऊपर हम लोगों ने बहुत सारे प्रोग्राम किए। आज मेरे साथ जो शहजादी है उसका वालिद मौजूद है, क्योंकि कुछ लोगों का ये कहना था कि उनकी मौत जनरेटर की वजह से हुई है। इस वजह से जो लड़की का वालिद है वो उसने कोई बयान नहीं दिया या कोई कार्रवाई नहीं की। असल में इनसे गलती से या ये समझ ले कि इनको ले जाकर एक स्टाम्प पेपर के ऊपर उन्होंने अंगूठे लगवा लिए थे। मजीद ये सारा मामला जो है वो इनसे बात करके इनसे जानते हैं। अस्सलाम वालेकुम चाचा जी, मैंने दसो कि जिस दिन ਤੁਹਾਡੀ ਬੇਟੀ ਦੀ ਡੈਥ ਹੋਈ ਹੈ ਉਸ ਦਿਨ ਤੁਹਾਨੂੰ ਕਿਵੇਂ ਪਤਾ ਚੱਲਿਆ ਸੀ ਔਰ ਸਾਰਾ ਮਾਮਲਾ ਹੋਇਆ ਕੀ ਹੈ? ਸਾਨੂੰ ਪਤਾ ਚੱਲਿਆ ਵੀ ਜਦੋਂ ਹੋਈ ਹੈ ਨਾ, ਵੀ ਰਾਤ ਤੇ ਗਈ ਚਲੀ ਆਪਦੇ ਘਰ ਉੱਥੇ, ਤੇ ਸਾਨੂੰ ਦਿਨੇ ਨਾ ਸੁਬਾਹ ਪਤਾ ਲੱਗਾ ਵੀ ਅਸੀਂ ਗਏ ਉਧਰ ਤੇ ਉਹ ਫੌਤ ਹੋਇਆ। ਫਿਰ ਉਸ ਤੋਂ ਬਾਅਦ ਤੁਸੀਂ ਪੁਲਿਸ ਆਈ ਹੈ ਜਾਂ ਤੁਸੀਂ ਜਦੋਂ ਗਏ ਉਹਨਾਂ ਦੇ ਘਰ, ਉਹਨਾਂ ਦੀ ਕੀ ਕੰਡੀਸ਼ਨ ਕੀ ਸੀ? ਕਿਉਂਕਿ ਉਹ ਕਹਿੰਦੇ ਨੇ ਜੀ ਕਮਰੇ ਦੇ ਵਿੱਚ ਜਨਰੇਟਰ ਪਿਆ ਸੀ। ਹਾਂਜੀ, ਔਰ ਜਨਰੇਟਰ ਕੋਈ ਨਹੀਂ ਦਾ, ਜਨਰੇਟਰ ਨਹੀਂ ਸੀਗਾ, ਨਹੀਂ ਹੈਗਾ। ਅਸੀਂ ਜਦੋਂ ਗਏ ਬਾਹਰ ਜਨਰੇਟਰ, ਠੀਕ ਹੈ, ਤੇ ਜਿਹੜੇ ਲਾ ਉਹ ਬਾਅਦ ਤੇ ਉਹਨਾਂ ਨੇ ਉੱਥੋਂ ਪੁਲਿਸ ਮੰਗਾਈ। ਆਪ ਹੀ ਉਹਨਾਂ ਆਖਿਆ ਵੀ ਪਿੰਡ ਨਹੀਂ ਆਉਣੀ ਤੇ ਉੱਥੇ ਚੱਲੋ ਦੀ ਵਜੀਰਪੁਰ ਦੀਆਂ ਕਬਰਾਂ ਦੇ ਨਾ ਉੱਥੇ ਜਨਾਜ਼ਗਾਹ ਚ ਉੱਥੇ ਸਾਡੇ ਬਿਆਨ ਹੋ ਗਏ ਨੇ। ਅੰਗੂਠੇ ਉਹਨਾਂ ਲਵਾਏ ਤੇ ਮੈਂ ਕਿਹਾ ਪਤਾ ਨਹੀਂ ਕਾਹਦੇ ਲਵਾਣੇ ਤੇ ਕੀ। ਯਾਰ ਨਹੀਂ ਯਾਰ, ਉਹ ਇੰਨਾ ਹੀ ਹੈਗਾ ਵੀ ਕੋਈ ਪੁੱਛੇ ਦੱਸੇ ਨਾ ਤੇ ਐਵੇਂ ਉਰਾ ਪਰਾਂ। ਕਿਹਨੇ ਗੱਲ ਕੀਤੀ ਸੀ ਕਿ ਕੋਈ ਪੁੱਛੇ ਦੱਸੇ ਨਾ, ਜਾਂ ਤੁਸੀਂ ਇਹ ਸਟਾਂਪ ਪੇਪਰ ਤੇ ਕੀਤੀ ਸੀ? ਉਹਨਾਂ ਦੇ ਮਾਲਕਾਂ ਨੇ, ਸਲਾਮਤ ਨੇ। ਹਾਂ, ਉਹਨਾਂ ਨੇ ਕਿਹਾ ਕਿ ਅੰਗੂਠੇ ਲਾ ਦਿਓ, ਅੰਗੂਠੇ ਲਾ ਦਿਓ। ਜਦੋਂ ਤੁਸੀਂ ਉਹਨਾਂ ਦੇ ਘਰ ਗਏ, ਉਹ ਜ਼ਰੀ ਗੱਲ ਤੁਹਾਡੀ ਬੇਟੀ ਸੀ, ਉਸ ਟਾਈਮ ਕੀ ਕੰਡੀਸ਼ਨ ਕੀ ਸੀ ਉਹਨਾਂ ਦੀ? ਕਿ ਤੁਹਾਨੂੰ ਕੀ ਲੱਗਦਾ ਕਿ ਉਹ ਜਨਰੇਟਰ ਨਾਲ ਹੋਈ ਹੈ ਮੌਤ ਹੋਈ ਹੈ, ਜਾਂ ਤੁਹਾਨੂੰ ਕੀ ਲੱਗਦਾ? ਸਾਨੂੰ ਲੱਗਦਾ ਸੀ ਵੀ ਜ਼ਹਿਰ ਦਿੱਤੀ। ਹਾਂਜੀ। ਉਹਨਾਂ ਦੀ ਕਿਸ ਤਰ੍ਹਾਂ ਦੀ ਕੰਡੀਸ਼ਨ ਕੀ ਸੀ? ਉਹਨਾਂ ਦੇ ਚਿਹਰੇ ਤੇ ਵੀ ਨੀਲੇ ਜਿਹੇ ਹੋਏ ਸੀ, ਠੀਕ ਹੈ, ਤੇ ਜਿੱਬਾਂ ਜਿਹੜੀਆਂ ਉਹ ਇੰਨੀਆਂ ਅੱਗੋਂ ਕਾਲੀਆਂ ਸ਼ਾਹ ਹੋਈਆਂ ਤੇ ਆ ਦੰਦ ਵੀ। ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਘਰ ਵਾਲਿਆਂ ਕੋਲੋਂ ਨਹੀਂ ਪੁੱਛਿਆ ਕਿ ਤੁਸੀਂ ਕਹਿੰਦੇ ਜਨਰੇਟਰ ਨਾਲ ਮੌਤ ਹੋਈ, ਜਨਰੇਟਰ ਕਮਰੇ 'ਚ ਨਹੀਂ ਪਿਆ, ਕੀ ਕਿਹਾ ਉਹਨਾਂ ਨੇ? ਉਹਨਾਂ ਕਿਹਾ ਵੀ ਨਹੀਂ ਜਨਰੇਟਰ ਨਾਲ ਹੋਈ। ਤੁਸੀਂ ਪੁੱਛਿਆ ਨਹੀਂ ਜਨਰੇਟਰ? ਅਸੀਂ ਪੁੱਛਿਆ ਨਾ, ਜਨਰੇਟਰ ਨਹੀਂ ਅੰਦਰ, ਅਸੀਂ ਕੱਢਿਆ ਹੁਣ ਤੁਹਾਡੇ ਅਮਲ ਤੋਂ ਪਹਿਲੇ ਕੱਢਿਆ। ਅੱਛਾ। ਹਾਂ, ਤੇ ਜਨਰੇਟਰ। ਤੁਹਾਡੀ ਬੇਟੀ ਕਹਿੰਦੀ ਹੈ, ਜਿਹੜੀ ਤੁਹਾਡੀ ਦੂਸਰੀ ਬੇਟੀ, ਉਹਨਾਂ ਨੇ ਕਿਹਾ ਕਿ ਉਹ ਘਰ ਪਹਿਲੇ ਉਹਨਾਂ ਨੇ ਜਾ ਕੇ ਦਰਵਾਜ਼ਾ ਖੋਲਿਆ, ਯਾਨੀ ਕਿ ਦਰਵਾਜ਼ਾ ਜਿਹੜਾ ਨਾ ਉਹ ਖਟਖਟਾਇਆ, ਲੇਕਿਨ ਉਸ ਟਾਈਮ ਜਨਰੇਟਰ ਕਮਰੇ 'ਚ ਨਹੀਂ ਸੀ ਤੇ ਉਹਨੇ ਹੀ ਵੇਖਿਆ ਕਿ ਉਹਨਾਂ ਦੀ ਮੌਤ ਹੋਈ ਪਈ ਸੀ। ਹਾਂਜੀ, ਉਹਨੇ ਵੇਖਿਆ। ਫਿਰ ਤੁਸੀਂ ਪੁੱਛਿਆ ਨਹੀਂ ਕਿ ਜਨਰੇਟਰ ਤੇ ਕਮਰੇ 'ਚ ਹੈਗਾ ਨਹੀਂ ਸੀ, ਫਿਰ ਮੌਤ ਕਿਵੇਂ ਹੋ ਗਈ? ਹਾਂ, ਤੇ ਪੁੱਛਿਆ ਤਾਂ ਉਹਨਾਂ ਨੇ ਜਨਰੇਟਰ ਨਾਲ ਹੋਇਆ, ਜਨਰੇਟਰ ਰੱਖ ਕੇ ਬਾਹਰ ਅਸੀਂ ਕੱਢਿਆ। ਅੱਛਾ, ਜਿਹੜਾ ਸ਼ਰਾਫਤ ਹੈ ਉਹਦੀ ਵਾਲਦਾ ਜਿਹੜੀ ਹੈ, ਉਹਦੇ ਸਕੀ ਵਾਲਦਾ ਨਹੀਂ ਦੀ ਹੁੰਦੀ, ਮਤਰੇਈ ਵਾਲਦਾ ਹੈ। ਸ਼ਰਾਫਤ ਨਾਲ ਉਹਦੇ ਕਿਸ ਤਰ੍ਹਾਂ ਦੇ ਮਤਲਬ ਬਿਹੇਵੀਅਰ ਕਿਸ ਤਰ੍ਹਾਂ? ਉਹਨਾਂ ਦੇ ਤਲਕ ਨਹੀਂ ਸੀ ਸਹੀ, ਠੀਕ ਹੈ, ਉਹ ਚੰਗਾ ਨਹੀਂ ਸਮਝਦੀ, ਮਤਰੇਈ ਮਾਂ ਸੀ। ਵਜ੍ਹਾ ਸੇ ਕੋਈ ਜਾਇਦਾਦ ਦਾ ਮਾਮਲਾ ਸੀ? ਜਾਇਦਾਦ ਵੀ ਉਹਦੇ ਕੋਲ ਹੈਗੀ ਸੀ, ਵੀ ਜਾਇਦਾਦ ਵੀ ਉਹਦੇ ਕੋਲ ਹੈਗੀ ਸੀ, ਕੋਈ ਰੁਪਈਆ ਕੋਈ 10 ਲੱਖ ਹੀ 20 ਲੱਖ ਹੀ ਇੰਨਾ ਰੁਪਈਆ ਵੀ ਉਹਦੇ ਕੋਲ ਹੈਗਾ। ਉਹਦੀ ਵਾਲਦਾ ਕੋਲ ਨਾ, ਉਹ ਸ਼ਰਾਫਤ ਦੇ ਹਿੱਸੇ ਜਿਹੜੀ ਜਾਇਦਾਦ ਆਦੀ, ਉਹਦਾ ਮਕਾਨ, ਉਹਨੂੰ ਜਗ੍ਹਾ ਵੀ ਨਹੀਂ ਸੀ ਦਿੰਦੇ। ਕੀ ਕਹਿੰਦੀ ਸੀ ਜਗ੍ਹਾ ਤੋਂ? ਆ ਵੇ ਕਰ ਲੈਨੇ ਆ, ਉਹ ਇਹ ਕਰ ਲੈਨੇ ਆ, ਉਹ ਕਰ ਲੈਨੇ ਆ, ਤੇ ਅਸੀਂ ਵੀ ਆਂਦੇ ਰਹੇ ਵੀ ਯਾਰ ਜਗ੍ਹਾ ਉਹਨੂੰ ਦਿਓ, ਵੀ ਉਹਨੇ ਸ਼ਾਦੀ ਚ ਕਰਾਉਣੀ, ਜਗ੍ਹਾ ਦਿਓ, ਮਕਾਨ ਆਪਦਾ ਪਾ ਲਵੇ। ਉਹਨਾਂ ਨੇ ਰਿਸ਼ਤਾ ਕੀਤਾ ਹੈ, ਉਦੋਂ ਉਹਦੀ ਵਾਲਦਾ ਦੀ ਰਜ਼ਾਮੰਦਗੀ ਨਹੀਂ ਸੀ ਜਾਂ ਉਹਦੇ ਵਾਲਦ ਦੀ ਰਜ਼ਾਮੰਦਗੀ ਨਹੀਂ? ਉਹਦੇ ਵਾਲਦ ਦੀ ਤਾਂ ਹੈਗੀ ਸੀ, ਯਾਨੀ ਕਿ ਵਾਲਦ ਹੁੰਦਾ ਹੈਗੀ ਉਸ ਵੇਲੇ, ਉਹਦੀ ਵੀ ਹੈਗੀ ਸੀ ਰਜ਼ਾਮੰਦਗੀ, ਮਾਂ ਦੀ ਵੀ, ਪਰ ਉਹ ਇਹ ਨਹੀਂ ਪਤਾ ਸਾਨੂੰ ਢਿੱਡ ਦੇ ਵਿੱਚ ਕੀ ਉਹਨਾਂ ਨੇ ਰੱਖਿਆ। ਯਾਨੀ ਕਿ ਜਿਵੇਂ ਉੱਤੋਂ ਤੋਂ ਸਮਝ ਲਓ ਉੱਤੋਂ ਠੀਕ ਸੀ, ਢਿੱਡੋਂ ਨਹੀਂ ਠੀਕ ਸੀ। ਉਹਦਾ ਰਿਸ਼ਤਾ ਕੀ ਹੋਣ ਨਹੀਂ ਦਿੰਦੀ ਸੀ? ਕੀ ਵਜ੍ਹਾ ਕੀ ਚਾਹੁੰਦੀ ਸੀ ਉਹ? ਬਸ ਇਹ ਚਾਹਦੀ ਸੀ ਵੀ ਨਾ ਹੀ ਹੋਵੇ ਤੇ ਚੰਗਾ, ਇਹ ਰਿਸ਼ਤਾ ਨਾ ਹੋਵੇ, ਵੀ ਐਵੇਂ ਰਵੇ ਤੇ ਸਾਡੇ ਜੋ ਗੋਚਰਾ ਹੀ ਰਵੇ। ਉਹਦੇ ਆਪਦੇ ਬੱਚੇ ਕਿੰਨੇ ਨੇ? ਉਹਦੇ ਆਪਦੇ 4 ਕੁੜੀਆਂ ਨੇ। 4 ਬੇਟੀਆਂ ਨੇ? ਬੇਟੀਆਂ ਹੀ ਨੇ। ਸ਼ਰਾਫਤ ਦੀਆਂ ਵੀ 2 ਸਿਸਟਰਾਂ ਹੀ ਸੀ, ਯਾਨੀ ਕਿ ਇੱਕ ਭਰਾ ਹੈਗੀਆਂ ਨੇ, ਉਹ ਹੈਗੀਆਂ ਨੇ। ਜਿਸ ਦਿਨ ਸ਼ਰਾਫਤ ਦੀ ਮੌਤ ਹੋਈ ਹੈ, ਯਾਨੀ ਕਿ ਤੁਹਾਡੀ ਬੇਟੀ ਦੀ ਵੀ ਮੌਤ ਹੋਈ, ਉਸ ਦਿਨ ਜਨਾਜ਼ਾ ਜਦੋਂ ਘਰੋਂ ਉੱਠਿਆ, ਜਿਹੜੀ ਉਹਦੀ ਵਾਲਦਾ, ਜ਼ਹਿਰੀ ਗੱਲ ਜਿਹੜੀ ਮਤਰੀ ਉਹਦੀ ਵਾਲਦਾ ਸੀ ਜਾਂ ਮਤਲਬ ਉਹਦਾ ਵਾਲਦ ਸੀ, ਉਹਨਾਂ ਦੇ ਕੀ? ਉਹਨਾਂ ਦੇ ਹਾਲਾਤ ਉਹਨਾਂ ਦੇ ਬਿਲਕੁਲ ਸਹੀ ਸੀ, ਉਹਨਾਂ ਨੂੰ ਕੋਈ ਕਿਸੇ ਉਮਰ ਦੀ ਨਾ ਪਰੇਸ਼ਾਨੀ ਨਹੀਂ ਸੀ, ਟੈਨਸ਼ਨ ਕੋਈ ਨਹੀਂ ਸੀ, ਕੋਈ ਟੈਨਸ਼ਨ ਨਹੀਂ। ਯਾਨੀ ਕਿ ਅਗਰ ਬੇਟਾ ਐਡਾ ਜਵਾਨ ਬੇਟਾ ਜਿਹੜਾ ਫੌਤ ਹੋ ਗਿਆ,
ਪਿਓ ਜਿਹੜਾ ਉਹ ਤਾਂ ਉੱਠ ਨਹੀਂ ਸਕਦਾ, ਲੱਕ ਟੁੱਟ ਜਾਂਦਾ। ਉਹਨੂੰ ਕਿਸੇ ਕਿਸਮ ਦੀ ਅਸੀਂ ਸਾਡੀ ਧੀ ਸੀ, ਸਾਡਾ ਲੱਕ ਟੁੱਟ ਗਿਆ, ਸਾਡੇ ਅਜੇ ਤੱਕ ਨਹੀਂ ਸਾਡੇ ਕੋਲ ਕੋਈ ਕਾਰੋਬਾਰ ਜਾਂ ਰੋਟੀ ਪਾਣੀ ਐਵੇਂ ਚੰਗਾ ਬੰਦਾ ਖਾ ਲਿਆ। ਉਹਨਾਂ ਦਾ ਪੁੱਤਰ ਸੀ, ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਆਈ। ਅੱਛਾ, ਮੈਨੂੰ ਦੱਸੋ ਕਿ ਜਦੋਂ ਜ਼ਹਿਰੀ ਗੱਲ ਤੁਹਾਡੇ ਬੇਟੇ ਨੇ ਕਬਰ ਕੁਸ਼ਾਈ ਵਾਸਤੇ ਐਪਲੀਕੇਸ਼ਨ ਦਿੱਤੀ ਸੀ, ਕਿਹੜੇ ਐਸੇ ਲੋਕ ਸੀ ਉਹਨਾਂ ਵਿੱਚੋਂ ਜਾਂ ਤੁਹਾਡੇ ਪਿੰਡ ਦੇ ਜਾਂ ਤੁਹਾਡੇ ਰਿਸ਼ਤੇਦਾਰ ਜਿਹੜੇ ਜਿਨ੍ਹਾਂ ਨੇ ਕਿਹਾ ਸੀ ਕਿ ਕਬਰ ਕੁਸ਼ਾਈ ਨਾ ਕਰਵਾਓ? ਉਹਨਾਂ ਦੀ ਮੌਤ ਦਾ ਹਕੀਕਤ ਦਾ ਨਾ ਪਤਾ ਚੱਲੇ। ਉਹ ਰਿਸ਼ਤੇਦਾਰ ਨਹੀਂ, ਉਹ ਆਪ ਘਰ ਵਾਲੇ ਜਾਣੇ ਸੀ। ਤੁਹਾਨੂੰ ਉਹਨਾਂ ਨੇ ਕੀ ਕਿਹਾ ਸੀ? ਸਾਨੂੰ ਉਹਨਾਂ ਕਿਹਾ ਵੀ ਯਾਰ ਇਹਦੇ ਵਿੱਚ ਕੁਝ ਨਹੀਂ ਹੈਗਾ, ਕਿ ਸਾਡੇ ਕੋਲ ਅਸੀਂ ਕਰਾ ਲਓ, ਫਲਾਨ ਕਰਾ ਲਓ, ਢੀਂਗ ਕਰਾ ਲਓ, ਸਾਨੂੰ ਲਾਲਚ ਲਾਈ ਫਿਰੇ ਨੇ। ਯਾਨੀ ਕਿ ਤੁਹਾਨੂੰ ਲਾਲਚ ਲਾ ਕੇ ਟਾਈਮ ਪਾਸ ਕਰਦੇ ਰਹੇ ਨੇ। ਠੀਕ ਹੈ, ਹੁਣ ਅੱਜ ਇਹ ਵੀ ਅੱਜ ਜਿਹੜੇ ਵੀ ਉਹਨਾਂ ਨੇ ਜਾਣਿਆ ਵੀ ਹੁਣ ਕੰਮ ਠੰਡਾ ਮੱਠਾ ਹੋ ਗਿਆ। ਹੁਣ ਮੇਰੇ ਕੋਲ ਆਏ ਨੇ ਪਰਸੋਂ ਚੌਥ, ਮੇਰੇ ਇੱਥੇ ਗੱਲ ਪੈਲ ਕਰੀ ਹੋਰ ਨਾਲ ਆਖਿਆ ਵੀ ਅੱਗੇ ਕੀ ਕਰਾ ਲਿਆ ਜੀ, ਹੁਣ ਤੇਰੇ ਨਾਲ ਨਿਬੜਿਆ, ਤੈਨੂੰ ਅਸੀਂ ਬੀਜੇ ਐਸਾ ਬੀਜਿਆ ਜਿਹੜਾ ਤੂੰ ਕਰੇਗਾ। ਯਾਨੀ ਕਿ ਤੁਹਾਨੂੰ ਇਹ ਲੱਗਦਾ ਕਿ ਹੁਣ ਵਾਕਈ ਉਹ ਗੱਲ ਸਾਹਮਣੇ ਆ ਗਈ, ਤੁਹਾਡੀ ਬੇਟੀ ਨੂੰ ਜਿਹੜਾ ਜ਼ਹਿਰ ਦੇ ਕੇ ਮਾਰਿਆ ਗਿਆ। ਠੀਕ ਆ। ਉਸ ਤੋਂ ਬਾਅਦ ਅਦਾਲਤ ਦੇ ਵਿੱਚ ਜਿਹੜਾ ਸਟਾਮ ਜਿਹੜਾ ਉਹਨਾਂ ਨੇ ਦਿੱਤਾ ਸੀ, ਜ਼ਹਿਰੀ ਗੱਲ ਹੈ ਕਿ ਇਮਰਾਨ ਨੇ ਐਪਲੀਕੇਸ਼ਨ ਦਿੱਤੀ ਹੈ ਔਰ ਇਹਦੀ ਵਲਦੀਅਤ ਕਿਨੇ ਗਲਤ ਲਿਖਵਾਈ ਸੀ? ਯਾਨੀ ਕਿ ਉਹ ਗਲਤ ਮੈਂ ਤਾਂ ਨਹੀਂ ਲਿਖਾਈ, ਯਾਨੀ ਕਿ ਤੁਸੀਂ ਨਾਮ ਸਹੀ ਲਿਖਵਾਇਆ। ਅਸੀਂ ਨਾਮ ਸਹੀ ਲਿਖਵਾਇਆ, ਅੱਗੋਂ ਪਤਾ ਨਹੀਂ ਉਹਨਾਂ ਕੀ ਕਰਾ ਲਿਆ, ਉਹਨਾਂ ਨੇ ਲਿਆਕਤ ਦਾ ਵਾਲਦਾ ਲਿਖਾ ਲਿਆ। ਯਾਨੀ ਕਿ ਵਲਦੀਅਤ ਉਹਨਾਂ ਗਲਤ ਕਰਵਾਈ। ਜਦੋਂ ਪੁਲਿਸ ਵਾਲੇ ਰਿਪੋਰਟ ਬਣਾਉਣ ਵਾਸਤੇ ਆਏ ਤੁਸੀਂ ਵਲਦੀਅਤ ਸਾਰਾ ਨਾਮ ਸਹੀ ਲਿਖਵਾਇਆ? ਆਪਦੇ ਸਾਰਿਆਂ ਬੱਚਿਆਂ ਦਾ, ਇਹਦਾ ਵੀ ਸਾਰਿਆਂ ਦਾ ਲਿਖਾਇਆ। ਅੱਛਾ, ਮੈਨੂੰ ਦੱਸੋ ਕਿ ਕੀ ਕਹਿਣਾ ਚਾਹੋਗੇ? ਤੁਹਾਡੀ ਜ਼ਹਿਰੀ ਗੱਲ ਹੈ, ਛੋਟੀ ਬੇਟੀ ਸੀ, ਮਾਂ-ਬਾਪ ਦਾ ਸਭ ਤੋਂ ਜ਼ਿਆਦਾ ਪਿਆਰ ਉਹਨਾਂ ਨਾਲ ਹੁੰਦਾ ਹੈ, ਬੱਚਿਆਂ ਨਾਲ। ਕੀ ਕਹਿਣਾ ਚਾਹੋਗੇ? ਅਸੀਂ ਕਹਿਣਾ ਚਾਹੁੰਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਇਨਸਾਫ ਮਿਲਣਾ ਚਾਹੀਦਾ, ਬਿਲਕੁਲ। ਤੁਹਾਨੂੰ ਇਹ ਲੱਗਦਾ ਕਿ ਤੁਹਾਡੀ ਬੇਟੀ ਨੂੰ ਕਤਲ ਕੀਤਾ ਗਿਆ, ਜ਼ਹਿਰ ਦੇ ਕੇ ਕਤਲ ਦਿੱਤੀ ਗਈ ਹੈ? ਸਰ ਬਿਲਕੁਲ ਐਵੇਂ ਹੀ। ਉਸ ਤੋਂ ਪਹਿਲੇ ਅਸੀਂ ਮਾੜੇ ਆ, ਸਾਡੇ ਕੋਲ ਪੈਸਾ ਵੀ ਨਹੀਂ ਹੈਗਾ ਵੀ ਜਿਹੜਾ ਇਹਨਾਂ ਮਗਰ ਲਾਈਏ। ਉਹ ਤਗੜੇ ਨੇ ਸਾਤੋਂ, ਉਹ ਪੈਸਾ ਵੀ ਲਾ ਸਕਦੇ ਨੇ, ਹਰ ਗੱਲ ਕਰ ਸਕਦੇ। ਉਸ ਤੋਂ ਪਹਿਲੇ ਇਹਨਾਂ ਦਾ ਕੋਈ ਲੜਾਈ ਝਗੜਾ ਤੇ ਨਹੀਂ ਘਰ ਦੇ ਵਿੱਚ ਹੋਇਆ? ਸ਼ਾਦੀ ਵਾਲੇ ਦਿਨ ਜਾਂ ਸ਼ਾਦੀ ਤੋਂ ਕੋਈ ਦੋ ਅੱਗੇ ਹੁੰਦਾ ਰਿਹਾ, 2-3 ਵਾਰੀ ਹੋਇਆ ਹੈ। ਸ਼ਰਾਫਤ ਨਾਲ 2-3 ਵਾਰੀ ਝਗੜਾ ਹੋਇਆ। ਉਸ ਦਿਨ ਵੀ ਉਂਝ ਹੋਇਆ, ਜਿਹਦਾ ਨਾ ਇੱਧਰ ਆਏ ਨਾ ਟੁੱਕਣ, ਉਸ ਦਿਨ ਵੀ ਹੋਇਆ ਹੈ। ਇੱਥੇ ਹਨੇਰਾ ਵਾਹਵਾ ਹੋ ਗਿਆ। ਮੈਂ ਆਖਿਆ ਵੀ ਨਹੀਂ ਨਾ, ਉਹ ਕੁੜੀਆਂ ਮੰਗਦੇ ਸੀ ਲਾਗ ਲੋਕ, ਤੇ ਮੈਂ ਅੱਜ ਨਹੀਂ ਨਾ ਦਿੰਦੇ ਲਾਗ, ਤੇ ਇਹਨਾਂ ਨੂੰ ਕੱਢੋ ਬਾਹਰ, ਇਹਨਾਂ ਨੂੰ ਕਰੋ। ਮੈਂ ਗਾਲ ਵੀ ਕੱਢੀ, ਮੈਂ ਜੋ ਐਵੇਂ ਆਖਾ ਵੀ ਨਹੀਂ। ਉਹ ਬਿੱਲਾ ਇੱਥੋਂ ਭੱਜ ਉੱਠਿਆ। ਚਲੋ ਅੱਛਾ ਨਿਬੜਨਾ ਦੇ, ਤੁਸੀਂ ਜਾਓ, ਉਹ ਘਰ ਨੂੰ ਭੱਜ ਗਏ। ਮੈਂ ਕੁੜੀ ਮੁੰਡੇ ਤੁਸੀਂ ਤਿਆਰ ਕਰਕੇ ਆ ਮਹਿਬੂਬੇ ਨਾਲ ਤੇ ਤੁਸੀਂ ਛੱਡਿਓ, ਤੁਸੀਂ ਆਪ ਛੱਡਿਓ ਤੇ ਇਹਨਾਂ ਨੂੰ ਦਫਾ ਕਰੋ। ਪਰ ਉਸ ਤੋਂ ਬਾਅਦ ਇਹ ਵੀ ਸੁਣਨ ਚ ਆਇਆ ਕਿ ਜਦੋਂ ਜਨਾਜ਼ਾ ਲੈ ਕੇ ਗਏ ਨੇ, ਜਨਾਜ਼ੇ ਤੋਂ ਬਾਅਦ ਉਹਦਾ ਜਿਹੜਾ ਵਾਲਦ ਹੈ ਉਹ ਮਾਮ ਤੇ ਕਲਫ ਲਵਾਉਂਦਾ ਰਿਹਾ ਜਾਂ ਕੁਝ ਜੂਸ ਪੀਂਦਾ ਰਿਹਾ। ਯਾਨੀ ਕਿ ਜਵਾਨ ਬੇਟਾ ਉਹਦਾ ਫੌਤ ਹੋ ਗਿਆ, ਸਗਾ ਬੇਟਾ ਸੀ। ਚਲੋ ਅਗਰ ਵਾਲਦਾ ਸਕੀ ਨਹੀਂ ਸੀ, ਬੇਟਾ ਤਾਂ ਉਹਦਾ ਵਾਲਦ ਦਾ ਸਕਾ ਸੀ ਨਾ, ਸਕਾ ਸੀ। ਤੇ ਫਿਰ ਉਹ ਆਪ ਵੀ ਜੂਸ ਪੀਂਦਾ ਰਿਹਾ, ਜਵਾਈ ਨੂੰ ਉੱਥੇ ਜੂਸ ਪਿਆਇਆ। ਜਿਹੜਾ ਉਸ ਦਿਨ ਇੱਕ ਦਿਨ ਅੱਗੇ ਕੁੜੀ ਵਿਆਹੀ ਸੀ। ਅੱਛਾ, ਇੱਕ ਦਿਨ ਅੱਗੇ ਉਹਦੇ ਘਰ ਜਾਈਆਂ, ਇੱਕ ਦਿਨ ਅੱਗੇ ਕੁੜੀ ਬੀਜੀ। ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਟੈਨਸ਼ਨ ਨਹੀਂ? ਕੋਈ ਟੈਨਸ਼ਨ ਨਹੀਂ, ਕੋਈ ਟੈਨਸ਼ਨ। ਜਵਾਨ ਬੇਟਾ ਉਹਨਾਂ ਦਾ ਮਰ ਗਿਆ, ਜਾਨ ਬੇਟਾ ਮਰ ਗਿਆ, ਕੋਈ ਉਹਨਾਂ ਨੂੰ ਟੈਨਸ਼ਨ ਨਹੀਂ। ਤੇ ਸਾਨੂੰ ਅਜੇ तक ਸਾਨੂੰ ਰੋਟੀ नहीं लाएंगे। नाज़रीन, आपने ये शहजादी के वालिद की बात सुनी। इनकी बेटी को जहर दे के मारा गया है और जो पहले इससे पहले जो उन्होंने बातें की कि जनरेटर की वजह से मौत हुई है, तो इनकी ही बेटी जाके उसने ही दरवाज़ा खोला था। जब दरवाज़ा खोला है तो उस टाइम उन दोनों की मौत हो चुकी थी। अगर वो कमरे में थे, जनरेटर से उनकी मौत हुई है, तो जो दरवाज़ा था वो किस तरह से अंदर से खुल गया? सुनने में ये भी आया था कि जनरेटर जो था वो कमरे से बाहर था, ये सारे मामला थे। लेकिन आज वो हकीकत सामने आ गई है कि वाकई उनकी मौत जो थी वो जनरेटर की वजह से नहीं हुई, बल्कि उनको जहर दे के मारा गया। इसलिए मेरी अल्लाह हुक्मरानों से गुजारिश है कि कब्र कुशाई करवाई जाए और कब्र कुशाई के बाद उनका पोस्टमार्टम वो पता चल सके कि उनकी मौत के पीछे असल हकीकत क्या है। फिर उन जालमों को पकड़ा जाए और कड़ी से कड़ी सजा दी जाए, ताकि इस तरह का जुल्म जो है किसी और गरीब के ऊपर ना हो। इनके पास इतने पैसे नहीं है जो कि ये पुलिस को दे के अपनी रिपोर्ट सही करवा लें। अब पुलिस वाले आते हैं इनके घर में, इनका कहना है कि जो इमरान की वल्दियत लिखवाई गई थी वो बिल्कुल सही थी, लेकिन जब वो गए हैं उसके बाद पुलिस ने, जो हमारे मुतलका थाना गंडा सिंह की पुलिस है, उन्होंने पैसे लेके इमरान की जो वल्दियत है वो गलत कर दी, ताकि कुछ 4 दिन और गुजर जाएं और उनकी जो डेड बॉडीज़ हैं वो सारी की सारी जो है ना वो गल सड़ जाएं, उनको कीड़े मकोड़े खा जाएं, ताकि जो मेडिकल की रिपोर्ट है या पोस्टमार्टम की रिपोर्ट है उसके अंदर कुछ ना आ सके।